ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹਲਾ ਪਹਿਲਾ ਘਰ ਚੌਥਾ। ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਦਾਨ ਤੇਰੇ ਘਟ ਚਾਨਣਾ, ਤਨ ਚੰਦ ਦੀ ਪਾਇਆ। ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਦਾਨ ਤੇਰੇ ਘਟ ਚਾਨਣਾ, ਤਨ ਚੰਦ ਦੀ ਪਾਇਆ। ਚੰਦੋ ਦੀ ਪਾਇਆ ਦਾਨ ਹਰ ਕੈ, ਦੁਖ ਅੰਧੇਰਾ ਉਠ ਗਿਆ। ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਐ ਲਿਆ। ਵਿਵਾਹ ਹੋਆ ਸੋਭ ਸੇਤੀ, ਪੰਚ ਸ਼ਬਦੀ ਆਇਆ। ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਇਹ ਤਨ ਜਿਨ ਸਿਉ ਗਾਡਿਆ, ਮਨ ਲੀੜਾ ਦੀਤਾ। ਲੀਆ ਤਾਂ ਦੀਆ ਮਾਨ ਜਿਨ ਸਿਉ, ਸੇ ਸੱਜਣ ਕਿਉ ਵਿਸਰੈ। ਜਿਨ ਦਿਸੇ ਆਇਆ ਹੋਏ ਰਲੀਆਂ, ਜੀ ਸੇਤੀ ਗਹਿ ਰਹੈ। ਸਗਲ ਗੁਣ ਅਵਗਣ ਨਾ ਕੋਈ, ਹੋਏ ਨੀਤਾ ਨੀਤਾ। ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਸਗਲ ਗੁਣ ਅਵਗਣ ਨਾ ਕੋਈ, ਹੋਏ ਨੀਤਾ ਨੀਤਾ। ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਢਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਸੂਹੀ ਰਾਗ ਦੇ ਬਚਨ ਛੰਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਨੇ। ਗੁਰੂ ਨਾਨਕ ਸਾਹਿਬ ਦੁਆਰਾ ਪਹਿਲੇ ਜਾਮੇ ਦੇ ਵਿੱਚ ਉਚਰਿਤ ਕੀਤਾ ਗਿਆ ਮੁਕਾਮੀ ਸੰਦੇਸ਼, ਜਿਸ ਦੇ ਸ਼ੁਰੂਆਤੀ ਦੋ ਪਦੇ ਆਪ ਨੇ ਸਰਵਨ ਕੀਤੇ ਨੇ। ਬੀਤੇ ਕੱਲ 1 ਨੰਬਰ ਬੰਦ ਦੀ ਵਿਚਾਰ ਅਸੀਂ ਕਰ ਰਹੇ ਸੀਗੇ। ਆਲਮੋਸਟ ਉਸ ਨੂੰ ਅਸੀਂ ਸਮਾਪਨ ਕਰਨ ਦੇ ਨੇੜੇ ਲੈ ਗਏ ਸੀਗੇ। ਜਸਟ ਵੀ ਵਰ ਡੂਇੰਗ ਸਮ ਕਾਈਂਡ ਆਫ ਫਿਨਿਸ਼ਿੰਗ ਟੱਚਸ, ਪਰ ਸਮਾਂ ਸਾਡਾ ਸਮਾਪਤ ਹੋ ਗਿਆ ਸੀਗਾ। ਤੇ ਉਹਦੇ 'ਚ ਲਾਸਟ ਵਾਲੀਆਂ 2-3 ਸਤਰਾਂ ਰਹਿੰਦੀਆਂ ਨੇ, ਉੱਥੋਂ ਹੀ ਅੱਜ ਬਾਤ ਸ਼ੁਰੂ ਕਰਦੇ ਹਾਂ। ਫਿਰ ਅਗਲੇ ਪਦੇ ਨੂੰ ਅਸੀਂ ਅੱਗੇ ਤੋਰਾਂਗੇ। ਜੋ ਗੁਰਦੇਵ ਜ਼ਿਕਰ ਕਰ ਰਹੇ ਸੀ ਕਿ ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਧਰਮ ਬਾਰੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੜੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਜਦੋਂ ਆਉਂਦੀ ਹੈ ਬੰਦੇ ਦੇ ਵਿੱਚ, ਤੇ ਉਦੋਂ ਇਹ ਮੰਨਿਆ ਜਾਂਦਾ ਹੈ ਕਿ ਸ਼ਾਇਦ ਧਰਮ ਇਜ਼ ਦ ਪਾਥ which are going to help us to fulfill our whole wishes,
दैट इज़ धर्म। सो ये ख्याल लैके जो बंदा तुरदा आ तो ਉਹਦੇ 'ਚ ਇਹ ਤਾਂ ਹੈ ਕਿ ਸੰਸਾਰ ਆ, ਸੰਸਾਰ ਦੇ ਵਿੱਚ ਵਿਸ਼ਜ਼ ਫੁਲਫਿਲ ਤੇ ਕੀ ਹੋਣੀਆਂ ਨੇ ਅਕੋਰਡਿੰਗ ਟੂ ਆਵਰ ਓਨ ਥਿੰਕਿੰਗ ਔਰ ਆਵਰ ਓਨ ਐਕਚੁਅਲੀ ਕਾਈਂਡ ਆਫ ਮਾਈਂਡ ਸੈਟ, ਨਥਿੰਗ ਵੀ ਕੈਨ ਵਿਟਨੈਸ ਵਿਚ ਇਜ਼ ਹੈਪਨਿੰਗ ਇਨ ਦਿਸ ਵਰਲਡ। ਅਸੀਂ ਸੋਚਦੇ ਕੁਛ ਆ, ਹੁੰਦਾ ਕੁਛ ਹੈ। ਸੋ ਜਿਹੜੀ ਅਨਸਰਟਨਟੀ ਜ਼ਿੰਦਗੀ ਦੀ ਸਾਰੇ ਦੇ ਆਲੇ ਦੁਆਲੇ, ਫਿਰ ਇਹਦੇ 'ਚ ਅਸੀਂ ਚੀਜ਼ਾਂ ਨੂੰ ਜੱਜ ਵੀ ਕਰਦੇ ਹਾਂ, ਕੀ ਠੀਕ ਹੈ, ਕੀ ਗਲਤ ਹੈ, ਕੀ ਚੰਗਾ ਹੈ, ਕੀ ਮਾੜਾ ਆ। ਅਤੇ ਫਿਰ ਸਾਡੇ ਅੰਦਰ ਇੱਕ ਸ਼ਿਕਾਇਤ ਵੀ ਉੱਭਰਦੀ ਹੈ, ਕਿਉਂ ਹੋ ਰਿਹਾ ਐਵੇਂ, ਵਾਈ ਇਟਸ ਹੈਪਨਿੰਗ ਲਾਈਕ ਦੈਟ। ਫਿਰ ਅਸੀਂ ਆਪਣੇ ਤੌਰ 'ਤੇ ਜਸਟਿਸ ਅਤੇ ਅਨਜਸਟਿਸ ਨੂੰ ਵੀ ਕਿਸੇ ਤਰੀਕੇ ਨਾਲ ਡਿਸਕਰਾਈਬ ਕਰਦੇ ਹਾਂ। ਅਤੇ ਫਿਰ ਅਖੀਰ ਇਹ ਲੱਗਦਾ ਕਿ ਕੋਈ ਰੱਬ ਨਹੀਂ, ਕੋਈ ਕੁਛ ਨਹੀਂ। ਜਸਟਿਸ ਇੱਥੇ ਇੱਕ ਕੇਓਸ ਹੈ ਸਾਰਾ ਦਾ ਸਾਰਾ। ਅਤੇ ਉਸ ਕੇਓਸ ਦੇ ਵਿੱਚ ਅਸੀਂ ਹਾਂ, ਕਿਤੇ ਕੋਈ ਵਿਕਟਮ ਹੈ, ਕਿਤੇ ਕੋਈ ਕਲਪ੍ਰਿਟ ਹੈ, ਕਿਤੇ ਕੋਈ ਬੈਨੀਫਿਸ਼ੀਅਲ ਹੈਗਾ ਇਸ ਸਾਰੇ ਤੋਂ, ਕਿਤੇ ਕੋਈ ਪ੍ਰਾਈਜ਼ ਪੇ ਕਰ ਰਿਹਾ, ਲੂਜ਼ਰ ਹੈ। ਸੋ ਇਸ ਕਿਸਮ ਦਾ ਸਾਡਾ ਇੱਕ ਅੰਡਰਸਟੈਂਡਿੰਗ ਹੋ ਜਾਂਦੀ ਸਾਰੀ। ਇਸ ਸਭ ਦੇ ਬਾਬਤ ਜਦੋਂ ਅਸੀਂ ਗੁਰਬਾਣੀ ਦੇ ਆਗੋਸ਼ ਵਿੱਚ ਆ ਜਾਂਦੇ ਹਾਂ, ਵੈਨ ਵੀ ਟਰਾਈ ਟੂ ਅੰਡਰਸਟੈਂਡ ਸਮਥਿੰਗ ਇਨ ਐਕਚੁਅਲੀ ਵਿਦ ਦ ਹੈਲਪ ਆਫ ਗੁਰਬਾਣੀ, ਦੈਨ ਵੀ ਗੈਟ ਦੀਜ਼ ਮੈਸੇਜਿਸ। ਜਿਨ ਕੀਆ ਤਿਨ ਦੇਖਿਆ ਜਗ ਤੰਦੜਾ ਲਾਇਆ। ਜਿਸ ਨੇ ਪੈਦਾਇਸ਼ ਵਿੱਚ ਲਿਆਂਦਾ ਉਹ ਸਭ ਵੇਖ ਰਿਹਾ। ਅਤੇ ਸਾਰਾ ਇੱਕ ਧੰਦਾ ਆ, ਬਿਜ਼ਨਸ ਹੈ, ਇਹੀ ਸੰਸਾਰ ਹੈ। ਸੰਸਾਰ ਦੇ ਵਿੱਚ ਕੂੜ ਵੀ ਹੈ, ਸੱਚ ਵੀ ਹੈ। ਤੈਨੂੰ ਗੁਰੂ ਸਾਹਿਬ ਨੇ ਕਿਹਾ ਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਕੂੜ ਕੂੜਾ ਨੇਹ ਲੱਗਾ, ਕੂੜ ਦਾ ਨੇਹ ਕੂੜ ਨਾ ਲੱਗਾ ਆ। ਅਤੇ ਵਿਸਰਿਆ ਕਰਤਾਰ, ਜਿਹੜੀ ਐਕਚੁਅਲ ਲੈਵਲ ਦੇ ਵਿੱਚ ਕ੍ਰੀਏਟਿਵ ਐਗਜ਼ਿਸਟੈਂਸ ਆ, ਉਹ ਵਿਸਰ ਗਈ ਸਾਡੀ, ਖਾਸ ਕਰਕੇ ਮਨੁੱਖਾਂ ਦੀ ਸੁਰਤ ਨੂੰ। ਅਤੇ ਉਹ ਸਭ ਦੇ ਬਾਬਤ ਹੋਇਆ ਇਹ ਕਿ ਇੱਕ ਅਜੀਬ ਨੱਠ ਭੱਜ ਦੌੜ ਚੱਲ ਰਹੀ ਹੈ, ਜਿਹਨੂੰ ਤੁਸੀਂ ਕਹਿ ਲਓ ਕਿ ਦ ਗੇਮ ਆਫ ਇਲੂਜ਼ਨ, ਮਾਇਆ ਦੀ ਖੇਡ। ਅਤੇ ਉਹ ਸਾਰੇ ਦੇ ਵਿੱਚ ਅਸੀਂ ਕਿਤੇ ਲੋਸਟ ਹਾਂ। ਜੇ ਮੈਨੂੰ ਬੈਨੀਫਿਟ ਮਿਲ ਰਿਹਾ, ਆਈ ਡੋਂਟ ਹੈਵ ਐਨੀ ਕੰਪਲੇਂਟ, ਆਈ ਐਮ ਰੈਡੀ, ਐਕਚੁਅਲੀ ਆਈ ਇੰਜੋਏ ਇਟ। ਬਟ ਇਫ ਸਮਥਿੰਗ ਇਜ਼ ਨੋਟ ਹੈਪਨਿੰਗ ਅਕੋਰਡਿੰਗ ਟੂ ਮਾਈ ਵਿਸ਼ਿਸ ਐਂਡ ਮਾਈ ਐਕਚੁਅਲੀ ਮਾਈਂਡ ਸੈਟ, ਦੈਨ ਡੈਫੀਨੇਟਲੀ ਆਈ ਹੈਵ ਟਨਸ ਆਫ ਕੰਪਲੇਂਟਸ। ਫਿਰ ਮੈਨੂੰ ਲੱਗਦਾ ਵੀ ਕੁਛ ਵੀ ਠੀਕ ਨਹੀਂ ਗਾ। ਜੇ ਥੋੜ੍ਹਾ ਜਿਹਾ ਫਿਰ ਠੀਕ ਹੋ ਜਾਏ, ਫਿਰ ਮੈਨੂੰ ਰੱਬ ਵੀ ਦਿਸਣ ਲੱਗ ਜਾਂਦਾ, ਫਿਰ ਮੈਨੂੰ ਰੱਬ ਵੀ ਚੰਗਾ ਲੱਗਦਾ ਆ, ਫਿਰ ਮੈਨੂੰ ਸਭ ਕੁਛ ਹੀ ਚੰਗਾ ਲੱਗ ਜਾਂਦਾ। ਅਗੇਨ ਸਮਥਿੰਗ ਇਜ਼ ਨੋਟ ਹੈਪਨਿੰਗ ਅਕੋਰਡਿੰਗ ਟੂ ਮਾਈ ਵਿਸ਼ਿਸ, ਦੈਨ ਆਮ ਅਗੇਨ ਹੈਵ ਦੈਟ ਕਾਈਂਡ ਆਫ ਬਿਟਰਨੈਸ। ਪਰ ਬਾਬਾ ਜੀ ਕਹਿੰਦੇ ਸਭ ਧੰਦਾ ਆ, ਇਸ ਧੰਦੇ ਨਾਲ ਹੀ ਸੰਸਾਰ ਚੱਲਦਾ ਆ। ਇਸ ਨੂੰ ਚਲਾਉਣ ਵਾਲੀ ਮੇਨ ਫੋਰਸ ਗਰੀਡ ਹੈ। ਜੇ ਅਸੀਂ ਥੋੜ੍ਹਾ ਹੋਰ ਅੱਗੇ ਚਾਹੀਏ, ਲਸਟ ਹੈ। ਜੇ ਹੋਰ ਅੱਗੇ ਚਾਹੀਏ ਤਾਂ ਸਾਰੀ ਫੋਰਸ ਦੇ ਵਿੱਚ ਜਿਹੜੀ ਚੀਜ਼ ਸਾਨੂੰ ਕਿਤੇ ਨਾ ਕਿਤੇ ਰਿਬੈਲੀਅਸ ਬਣਾਉਂਦੀ ਹੈ, ਉਹ ਹੈ ਲੋਕਾਂ ਦੀ ਫਰਸਟ੍ਰੇਸ਼ਨ, ਐਂਗਰ, ਇਹ ਸਭ ਚੀਜ਼ਾਂ ਜਿਹਦੇ 'ਚ ਅਸੀਂ ਜਾ ਕੇ ਸਟਕ ਹੋ ਜਾਂਦੇ, ਦੈਟ ਇਜ਼ ਈਗੋ। ਸੋ ਇਹ ਧੰਦਾ ਆ। ਜਿਵੇਂ ਜਿਵੇਂ ਤੁਸੀਂ ਡੀਪ ਲੈਵਲ 'ਤੇ ਆਪਣੇ ਤੇ ਆਲੇ ਦੁਆਲੇ 'ਤੇ ਅੰਡਰਸਟੈਂਡਿੰਗ ਲੈ ਕੇ ਆਓਗੇ, ਫਿਰ ਪਤਾ ਲੱਗਾ ਧੰਦਾ ਚੱਲ ਰਿਹਾ ਹੈ। ਹਾਂ, ਚੋਇਸਿਸ ਤੁਹਾਡੀਆਂ ਨੇ ਕੁਦਰਤ ਦੇ ਖੇਡ ਦੇ ਵਿੱਚ। ਤੁਸੀਂ ਚਾਹੋ ਤਾਂ ਇਸ ਬਿਜ਼ਨਸ 'ਤੇ ਭਾਵੇਂ ਰਾਈਟ ਸਾਈਡ 'ਤੇ ਆ ਜਾਓ, ਅਤੇ ਭਾਵੇਂ ਲੈਫਟ ਸਾਈਡ 'ਤੇ ਆ ਜਾਓ। ਦੇਰ ਆਰ ਬੈਨੀਫਿਟਸ ਐਕਚੁਅਲੀ ਬੋਥ ਏਰੀਆਜ਼। ਰਾਈਟ ਸਾਈਡ ਦੇ ਆਪਣੇ ਬੈਨੀਫਿਟਸ ਨੇ, ਰੋਂਗ ਸਾਈਡ ਦੇ ਆਪਣੇ ਬੈਨੀਫਿਟਸ ਨੇ। ਅਤੇ ਉਹਨਾਂ ਸਭ ਚੀਜ਼ਾਂ ਦੇ 'ਚ ਸੰਸਾਰ ਸਾਰਾ ਖੇਡ ਰਿਹਾ ਹੈਗਾ। ਇਸ ਕਿਸਮ ਦੀ ਬਾਤ ਅਸੀਂ ਕਰ ਰਹੇ ਸੀਗੇ। ਪਰ ਇਹ ਸਾਰੇ ਨੂੰ ਗੁਰੂ ਬਾਬਾ ਜਦੋਂ ਬਿਆਨ ਕਰਦੇ, ਅੱਗੇ ਜਾ ਕੇ ਇੱਕ ਵਿਆਹ ਰੂਪ ਵਿੱਚ ਇੱਕ ਦ੍ਰਿਸ਼ ਸੁਰਜੀਤ ਕੀਤਾ ਸੀਗਾ। ਗੁਣ ਜੰਝ ਲਾੜੇ ਨਾਲ ਸੋਹਣ। ਸਮ ਟਾਈਮ ਪੀਪਲ ਸੇਜ਼ if we are good human being, then there is no need for religion, no need for religious exercises, practices, meditation, anything. Forget about it. ਇਹ ਲਿਟਰਲੀ ਓਪਨਲੀ ਵੀ ਕਈ ਵਾਰ ਲੋਕ ਕਹਿੰਦੇ ਇਸ ਤਰੀਕੇ। ਬਿਲਕੁਲ ਠੀਕ ਗੱਲ ਹੈ। ਪਰ ਉਹਦੇ 'ਚ ਇਹ ਹੈ ਕਿ ਚੰਗਾ ਮਨੁੱਖ ਬਣਨ ਵਾਲਾ ਪਾਥ ਕਿਹੜਾ ਆ। ਹੁਣ ਜਿਹੜਾ ਪਾਥ ਹੈ ਉਹ ਕਿੱਥੋਂ ਫੋਲੋ ਕਰਾਂਗੇ ਅਸੀਂ। ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਅਸੀਂ ਆਪ ਆਪਣੇ ਤਰੀਕੇ ਨਾਲ ਡਿਸਕਰਾਈਬ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਕਿ ਮੈਂ ਇੱਕ ਸਿੰਪਲ ਐਗਜ਼ਾਮਪਲ ਦੇਵਾਂ। ਕਿਸੇ ਦਾ ਬੱਚਾ ਆ, ਮਾਂ ਬਾਪ ਉਹਦੇ ਬਾਰੇ ਕੰਸਰਨਸ ਨੇ, ਅਤੇ ਮਾਂ ਬਾਪ ਨੂੰ ਪੁੱਛਿਆ ਜਾਏ, ਵਟ ਡੂ ਯੂ ਵਾਂਟ ਫਰੋਮ ਦਿਸ ਕਿਡ? ਉਹ ਕਹਿਣਗੇ ਨਥਿੰਗ, ਜਸਟ ਵੀ ਵਾਂਟ ਹੀ ਗੈਟ ਸਮ ਕਾਈਂਡ ਆਫ ਸਕਸੈਸ ਇਨ ਹਿਜ਼ ਔਰ ਹਰ ਲਾਈਫ, ਦੈਟ ਇਜ਼ ਆਵਰ ਮੇਨ ਡਰੀਮ। ਠੀਕ ਹੈ ਜੀ, ਸਕਸੈਸ, ਵਟ ਡੂ ਯੂ ਮੀਨ ਬਾਏ ਸਕਸੈਸ? ਪੜ੍ਹ ਲਏ, ਆਪਣਾ ਕੁਛ ਕਰ ਲਏ, ਕੁਛ ਬਣ ਜੇ, ਇਹ ਹੈ ਸਾਡਾ। ਅੱਛਾ, ਸੋ ਤੁਹਾਡਾ ਮੇਨ ਕੰਸਰਨ ਹੈਗਾ ਤੁਹਾਡੇ ਮਨ ਵਿੱਚ ਸਕਸੈਸ ਦਾ ਮਤਲਬ ਇਹ ਹੈ, ਕਾਮਯਾਬ ਹੋਣ ਦਾ ਮਤਲਬ ਇਹ ਹੈ ਇਹਦੀ ਪੜ੍ਹਾਈ ਹੋ ਜਾਏ,
ਇਹਦੇ ਕੋਲ ਕੈਰੀਅਰ ਹੋਏ, ਜੌਬ ਹੋਏ, PR ਹੋ ਜਾਏ, दैट इज़ द मेन एक्चुअली है ना, ये सक्सैस है ਤੁਹਾਡੇ ਰੂਪ ਦੇ ਵਿੱਚ। ਠੀਕ ਹੈ, ਸਪੋਜ਼ ਇਹ ਸਭ ਲੈ ਲਵੇ ਪਰ ਲੈਣ ਦਾ ਤਰੀਕਾ ਗਲਤ ਅਡਾਪਟ ਕਰ ਲਵੇ, ਹਾਊਜ਼ ਦੈਟ। ਹੁਣ ਇਹਦੇ 'ਤੇ ਸਾਡਾ ਕੋਈ ਕੰਸਰਨ ਨਹੀਂ ਹੈਗਾ, ਅਸੀਂ ਇਹਦੇ ਬਾਰੇ ਧਿਆਨ ਵੀ ਨਹੀਂ ਦਿੰਦੇ। ਜਿਹੜੀਆਂ ਚੀਜ਼ਾਂ ਨੇ, ਮੈਂ ਕਹਿੰਦਾ ਬੱਚਾ ਜਿੰਨਾ ਮਰਜ਼ੀ ਸਕਸੈਸਫੁਲ ਹੋ ਜਾਏ, ਜੇ ਉਹਦੇ 'ਚ ਮਨੁੱਖ ਵਾਲਾ ਹਿਰਦਾ ਹੀ ਨਹੀਂ, ਜੇ ਉਹਦੇ 'ਚ ਕੰਪੈਸ਼ਨ ਹੀ ਨਹੀਂ ਹੈਗਾ, ਕੀ ਖੱਟੇਗਾ ਆਪਣੇ ਲਈ ਤੇ ਦੂਜਿਆਂ ਲਈ। ਸੋ ਜਿਹੜੀ ਮੇਨ ਸਾਡੀ ਬੇਸਿਕ ਨੀਡ ਆ ਉਹ ਹੈ ਉਹ ਲਾੜਾ ਹੋਣਾ। ਉਹ ਲਾੜਾ ਕੀ ਹੈ? ਲਵ, ਕੰਪੈਸ਼ਨ, ਸਮ ਕਾਈਂਡ ਆਫ ਯੂ ਕੈਨ ਸੇ ਹਿਊਮਨ ਵਰਚੂਸ, ਜਿਹਨਾਂ 'ਚ ਪੇਸ਼ੈਂਸ ਆਉਂਦਾ ਹੈ, ਡਿਸਿਪਲਿਨ ਆਉਂਦਾ ਹੈ। ਇਹ ਲਾੜਾ ਆ, ਇਹ ਨਾ ਹੈ ਧਰਮ ਦਾ, ਨਾ ਹੈ ਰੱਬ ਦਾ। ਜੇ ਇਹ ਲਾੜਾ ਹੀ ਨਹੀਂਗਾ, ਬਾਕੀ ਸਾਰੀ ਬਰਾਤ ਇਕੱਠੀ ਕਰ ਲਓ ਤੁਸੀਂ, ਬੇਕਾਰ ਹੈ। ਲੋਕੀ ਕਰੀ ਬੈਠੇ ਬਰਾਤਾਂ ਇਕੱਠੀਆਂ ਪੂਰੇ ਦੀਆਂ ਪੂਰੀਆਂ, ਪਰ ਸਾਰੀ ਬਰਾਤ ਹੋਣ ਦੇ ਬਾਵਜੂਦ ਵੀ ਕੁਛ ਵੀ ਨਹੀਂ ਬਣ ਰਿਹਾ ਜ਼ਿੰਦਗੀ 'ਚ, ਬੇਰਸੀ ਹੈ। ਕਿਉਂ? ਕਿਉਂਕਿ ਗੁਣ ਜੰਝ ਲਾੜੇ ਨਾਲ ਸੋਹ ਹੈ। ਉਸ ਲਾੜੇ ਨਾਲ ਇਹ ਚੀਜ਼ ਸੋਭਦੀ ਹੈ। ਸੋ ਉਸ ਲਾੜੇ ਨੂੰ ਕਿਵੇਂ ਕਮਾਉਣਾ ਹੈ? ਦੈਟ ਇਜ਼ ਸਪਿਰਿਚੁਅਲ ਪਾਥ। ਇਹਦੇ ਲਈ ਹੈ ਸੈਲਫ ਰਿਫਲੈਕਸ਼ਨ ਚਾਹੀਦੀ ਹੈ, ਬੰਦੇ ਨੂੰ ਸੈਲਫ ਆਬਜ਼ਰਵੇਸ਼ਨ ਚਾਹੀਦੀ ਹੈ। ਬੰਦੇ ਕੋਲ ਐਟਲੀਸਟ ਇੰਨਾ ਟਾਈਮ ਤੇ ਹੋਏ ਆਪਣੇ ਆਪ ਦੀ ਸੈਲਫ ਕਲੀਨਜਿੰਗ ਕਰ ਸਕੇ। ਦੈਟ ਇਜ਼ ਰਿਲੀਜੀਅਸ ਪ੍ਰੈਕਟਿਸਿਸ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਆਂ ਲਿਆ। ਬੜੇ ਸਿਆਣਿਆਂ ਨੇ, ਬੜੇ ਚੰਗੇਰਿਆਂ ਨੇ ਇਸ ਚੀਜ਼ ਨੂੰ ਪਰਖਿਆ, ਗੋਖਿਆ ਹੈਗਾ। ਇਹ ਕੋਈ ਐਵੇਂ ਨਹੀਂ ਹੈ, ਬੜੀ ਵਾਈਜ਼ ਐਡਵਾਈਜ਼ ਆ। ਅਗਲਾ ਬਚਨ ਲਿਖਿਆ, ਵਿਵਾਹ ਹੋਵਾ ਸ਼ੁਭ ਸੇਤੀ ਪੰਜ ਸ਼ਬਦੀਆਂ ਆਇਆ। ਮੈਟਾਫੋਰਿਕ ਵੇ ਨਾਲ ਬਾਤ ਕੀਤੀ, ਵਿਵਾਹ ਹੋਵਾ ਸ਼ੁਭ ਸੇਤੀ। ਵਿਆਹ ਦੀਆਂ ਡਿਫਰੈਂਟ ਕੈਟਾਗਰੀਜ਼ ਨੇ, ਖਾਸ ਕਰਕੇ ਭਾਰਤੀ ਖਿੱਤੇ ਦੇ ਵਿੱਚ, ਜਿੱਥੇ ਬੜੀ ਪੁਰਾਣੀ ਸੱਭਿਅਤਾ ਮੰਨੀ ਜਾਂਦੀ ਹੈ। ਕੁਝ ਗੰਧਰਵ ਵਿਵਾਹ ਨੇ, ਕੁਝ ਸਵੈੰਵਰ ਨੇ, ਕੁਝ ਇਸ ਤਰੀਕੇ ਦੇ ਨਾਲ। ਪਰ ਜਿਹੜਾ ਵਿਆਹ ਹੋਵੇ ਸੋਭ ਸੇਤੀ, ਸੋਭ ਸੇਤੀ ਕਿਹੜਾ ਵਿਆਹ ਹੋਏਗਾ? ਜਿਹਦੇ ਵਿੱਚ ਦੋ ਪਾਰਟੀਆਂ ਪ੍ਰੋਪਰਲੀ ਅਗਰੀ ਕਰਨ, ਜਿਹਦੇ ਵਿੱਚ ਦੋ ਜਿਹੜੇ ਇੰਡੀਵਿਜੂਅਲਸ ਨੇ ਉਹ ਇੱਕ ਦੂਜੇ ਦੇ ਕੰਪੈਨੀਅਨ ਬਣ ਸਕਣ। ਉਸ ਕੰਪੈਨੀਅਨਸ਼ਿਪ ਨੂੰ ਉਸ ਲੈਵਲ 'ਤੇ ਇੱਕ ਜਿਹੜਾ ਹੈਗਾ ਹੋਂਦ ਵਿੱਚ ਲਿਆਉਣ ਲਈ, ਉਹਨੂੰ ਉਸ ਰੂਪ ਦੇ ਵਿੱਚ ਉਸ ਇੱਕ ਮੈਰਿਜ ਵਿੱਚ ਕਨਵਰਟ ਕਰਨ ਵਾਸਤੇ ਸੋਸ਼ਲ ਸਟਰਕਚਰ ਵੀ ਪੂਰਾ ਹੈਲਪਫੁਲ ਹੋਏ, ਸਭ ਵਿੱਚ ਖੁਸ਼ੀ ਹੋਏ ਇੱਕ ਤਰ੍ਹਾਂ ਦੀ ਉਸ ਸਾਰੇ ਦੀ। ਇਹ ਸੋਭ ਸੇਤੀ ਹੈ। ਪਰ ਇਹ ਸੋਭ ਸੇਤੀ ਸਿਰਫ ਇਹਨੂੰ ਗਲੈਮਰਾਈਜ਼ ਕਰਕੇ, ਵਿਖਾਵਾ ਕਰਕੇ ਉਹਦੇ ਨਾਲ ਨਹੀਂ ਹੋਏਗੀ। ਇਹਦੇ 'ਚ ਪ੍ਰੋਪਰ ਜਿਹੜੀ ਅੰਡਰਸਟੈਂਡਿੰਗ ਹੋਏ ਇੱਕ ਦੂਜੇ ਦੇ ਬਾਰੇ, ਸਮਝ ਹੋਏ, ਸੋਝੀ ਹੋਏ। ਸਪੋਜ਼ ਕਰੋ ਜਿਹੜਾ ਅੱਜ ਦਾ ਸਾਡਾ ਵਿਆਹ ਹੋ ਰਿਹਾ ਬਹੁਤਾ, ਇਹ ਜਸਟ ਇੱਕ ਗਲੈਮਰਾਈਜ਼ ਸ਼ੋਅ ਆ, ਨਥਿੰਗ ਐਲਸ। ਜਿਵੇਂ ਪਹਿਲੀ ਗੱਲ ਕੀਤੀ, if two individuals are able to provide proper company, like as a proper companion, then that is marriage. ਜਿੱਥੇ ਚੀਜ਼ ਨਹੀਂ ਹੈਗੀ ਉੱਥੇ ਮਤਲਬ ਸਾਡਾ ਤਾਂ ਇੱਕੋ ਹੀ ਤਰੀਕਾ ਲੱਭਦਾ, ਬਸ ਮਾਫੀ ਮੰਗਾਂਗਾ ਮੈਂ ਕਈ ਵਾਰੀ ਜ਼ਿਕਰ ਕਰਦਾ ਕਿ love is the only thing which can actually provide success in a married life. No. ਮਤਲਬ ਇਹ ਤੇ ਇੱਕ ਸਾਡੀ ਬੜੀ ਇੱਕ ਬੇਸਿਕ ਜੀ ਜਾਂ ਇੱਕ ਬੜੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਹੈ ਇਹਦੇ ਬਾਰੇ। ਲੋਕੀ ਕਹਿੰਦੇ ਵੀ ਜੇ ਅਸੀਂ ਇਹ ਕਹੀ ਜਾਂਦੇ ਵੀ ਆਈ ਲਵ ਯੂ ਐਂਡ ਯੂ ਲਵ ਮੀ ਐਂਡ ਦੈਨ ਐਵਰੀਥਿੰਗ ਇਜ਼ ਹੈਪਨਿੰਗ ਪ੍ਰੋਪਰਲੀ। ਨੋ, ਇੱਕ ਦੂਜੇ ਨੂੰ ਐਕਸੈਪਟ ਕਰਨਾ ਲਵ ਤੋਂ ਬਿਯੋਂਡ ਆ। ਲਵ ਤੇ ਆਈ ਲਵ ਇਟ ਕਿਉਂ? ਕਿਉਂਕਿ ਮੈਨੂੰ ਚੰਗਾ ਲੱਗਦਾ ਆ, ਮੇਰੇ ਮੁਤਾਬਕ ਹੋ ਰਿਹਾ ਸਭ ਕੁਝ। ਜਦੋਂ ਮੈਨੂੰ ਚੰਗਾ ਨਹੀਂ ਲੱਗ ਰਿਹਾ, ਮੇਰੇ ਮੁਤਾਬਕ ਨਹੀਂ ਹੋ ਰਿਹਾ, ਉਦੋਂ ਮੈਂ ਕਿੱਥੇ ਆ? ਉਦੋਂ ਆਈ ਡੋਂਟ ਇਟ, ਆਈ ਹੇਟ ਇਟ। ਵਾਟ? ਫਿਰ ਕੰਪੈਨੀਅਨਸ਼ਿਪ ਕੀ ਹੋਈ? ਕੰਪੈਨੀਅਨਸ਼ਿਪ ਤੇ ਇਹ ਹੈ ਨਾ, ਠੀਕ ਹੈ ਗਲਤ ਹੈ, ਕੋਆਰਡੀਨੇਟ ਕਰ ਰਿਹਾ ਮੈਂ ਉਹਦੇ ਨਾਲ ਜਾਣ ਦੀ ਤਿਆਰੀ ਕਰ ਰਿਹਾ ਹੈਗਾ, ਇਹ ਚੀਜ਼ ਆ ਗਈ। ਫਿਰ ਸਪੋਰਟ ਹੈ। ਜੇ ਬੰਦਾ ਸਪੋਰਟਿਵ ਹੀ ਨਹੀਂ ਹੈਗਾ, ਇੱਕ ਦੂਜੇ ਨੂੰ ਸਪੋਰਟ ਹੀ ਪ੍ਰੋਵਾਈਡ ਨਹੀਂ ਕਰ ਸਕਦਾ, ਕਾਹਦੀ ਮੈਰਿਜ ਹੈ ਫਿਰ? ਐਂਡ ਥਰਡ ਲੈਵਲ ਤੇ ਇਫ ਟੂ ਇੰਡੀਵਿਜੂਅਲਸ don't have a common goal or common destiny, then forget about marriage. So ਇਹ ਬੇਸਿਕਸ ਚੀਜ਼ਾਂ ਨੇ ਕੁਝ ਉਸ ਲੈਵਲ ਤੇ ਜਿਹੜੇ ਸਾਹਿਬ ਨੇ ਬਾਤ ਕੀਤੀ ਨਾ ਕਿ ਵਿਵਾਹ ਹੋਵਾ ਸ਼ੋਭ ਸੇਤੀ। ਇੱਥੇ ਪਹਿਲੀ ਮੈਰਿਜ ਜਿਹੜੀ ਹੋਣੀ ਹੈ ਉਹ ਹੋਣੀ ਹੈ ਸਾਡੀ ਆਪਣੀ ਇਸ ਦੁਨੀਆ ਦੇ ਨਾਲ।
ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹੈਗੇ ਆ। ਬੰਦਾ ਇਸ ਦੁਨੀਆ ਨੂੰ ਨਾ ਤੇ ਛੱਡ ਸਕਦਾ ਹੈ, ਨਾ ਅਡਾਪਟ ਕਰ ਸਕਦਾ ਹੈ। ਛੱਡ ਇਸ ਕਰਕੇ ਨਹੀਂ ਸਕਦਾ ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ, ਤੇ ਅਡਾਪਟ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਮੇਰੇ ਮੁਤਾਬਕ ਨਹੀਂ ਚੱਲਦੀ। ਸੋ ਇੱਕ ਅਜੀਬ ਹਾਲਤ ਆ। ਰੋਜ਼ ਇਸ ਦੁਨੀਆ ਨੂੰ ਛੱਡਦਾ, ਰੋਜ਼ ਅਡਾਪਟ ਕਰਦਾ, ਰੋਜ਼ ਕਹਿੰਦਾ ਵੀ ਆਈ ਹੇਟ ਦਿਸ ਵਰਲਡ, ਆਈ ਹੇਟ ਮਾਈ ਫੈਮਿਲੀ, ਆਈ ਹੇਟ ਦਿਸ ਵਰਕ, ਆਈ ਹੇਟ, ਫਿਰ ਚੱਲੀ ਜਾ ਰਿਹਾ ਨਾਲ। ਸੋ ਇਹ ਨਾ ਇਹਦੇ ਨਾਲ ਪੂਰੀ ਤਰ੍ਹਾਂ ਅਟੈਚਮੈਂਟ ਹੈ, ਨਾ ਡਿਟੈਚਮੈਂਟ ਹੈ। ਅਜੀਬ ਹਾਲਤ ਬਣੀ ਪਈ ਸਾਰੇ ਦੀ ਸਾਰੀ। ਗੁਰੂ ਬਾਬਾ ਜੀ ਕਹਿੰਦੇ ਸਮਝ ਇਹ ਧੰਦਾ ਆ ਸਾਰਾ, ਇੱਕ ਸੰਸਾਰ ਇਸ ਤਰ੍ਹਾਂ ਚੱਲਦਾ ਆ, ਇਹਦੇ 'ਚ ਰਹਿਣਾ ਆ ਤੇ ਇਸ ਤਰ੍ਹਾਂ ਰਹਿ ਜਿਵੇਂ ਕਿਹਾ ਵਿਵਾਹ ਹੋਵਾ ਸੋਭ ਸੇਤੀ, ਜਿਹੜੀ ਚੀਜ਼ ਸੋਭੇ ਚੰਗੀ ਲੱਗੇ। ਤੇ ਸੋਭ ਸੇਤੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਜੋ ਸਾਨੂੰ ਇਸ ਸੰਸਾਰ ਵਿੱਚੋਂ ਕੰਪਨੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਇੱਕ ਡਿਸਿਪਲਿਨ ਦੇ ਨਾਲ, ਇੱਕ ਪ੍ਰੋਪਰ ਮੈਨਰਸ ਦੇ ਨਾਲ ਅਡਾਪਟ ਕਰੀਏ ਤੇ ਆਪ ਇਸ ਸੰਸਾਰ ਨੂੰ ਇੱਕ ਕੰਪਨੀ ਉਸ ਤਰੀਕੇ ਨਾਲ ਪ੍ਰੋਪਰ ਪ੍ਰੋਵਾਈਡ ਆਪਣੇ ਵੱਲੋਂ ਕਰ ਸਕੀਏ। ਇਹਦੇ ਬਾਬਤ ਜੇ ਮੈਂ ਕਹਾਂ ਕਿ ਇਹ ਹੈ ਕਿ ਜੇ ਕੁਝ ਪਰਿਵਾਰ ਦੇ ਵਿੱਚ ਸਾਡੇ ਅਕੋਰਡਿੰਗਲੀ ਨਹੀਂ ਹੋ ਰਿਹਾ, ਅਸੀਂ ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰੀਏ। ਜੇ ਆਪਾਂ ਚੇਂਜ ਲੈ ਕੇ ਆਉਣਾ ਹੈ, ਪਹਿਲਾਂ ਆਪਣੇ 'ਚ ਲੈ ਕੇ ਆਈਏ। ਜੇ ਆਪਣੇ 'ਚ ਲੈ ਆਵਾਂਗੇ, ਲਗਾਤਾਰ ਚੱਲੇਗਾ ਉਸ ਰੂਪ ਦੇ ਵਿੱਚ, ਇਹਦਾ ਪ੍ਰਭਾਵ ਪਏਗਾ, ਇਹਦੇ ਰਿਜ਼ਲਟਸ ਪੈਦਾ ਹੋਣਗੇ। ਜ਼ੀਰੋ ਐਕਸਪੈਕਟੇਸ਼ਨ ਦੇ ਨਾਲ ਆਪਣਾ ਕਰਮ ਕਰਦੇ ਜਾਈਏ, ਇਹ ਧਰਮ ਹੈ। ਇੰਨਾ ਪੇਸ਼ੈਂਸ ਕਿੱਥੋਂ ਆਏਗਾ? ਪਾਠ ਕਰਿਆ ਕਰ ਭਾਈ। ਹੁਣ ਆਈ ਬਾਤ। ਪਰ ਪਾਠ ਤੇ ਕਰਦਾ ਸੀਗਾ, ਪਰਿਵਾਰ ਠੀਕ ਹੋ ਜਾਏਗਾ ਸਾਰਾ ਨਾ। ਪਾਠ ਇਸ ਕਰਕੇ ਕਰ ਤੂੰ ਠੀਕ ਹੋ ਜਾਏ, ਪਾਠ ਇਸ ਕਰਕੇ ਕਰ ਤੇਰੇ ਕੋਲ ਪੇਸ਼ੈਂਸ ਆ ਜਾਏ, ਤੇਰੇ ਕੋਲ ਧੀਰਜ ਆ ਜਾਏ, ਤੇਰੇ ਕੋਲ ਸ਼ਕਤੀ ਆ ਜਾਏ, ਤੇਰੇ ਕੋਲੋਂ ਮਾਦਾ ਆ ਜਾਏ ਜਿਹਦੇ ਨਾਲ ਤੂੰ ਸੰਸਾਰ ਨੂੰ ਸਹੀ ਰੂਪ ਵਿੱਚ ਚੱਲ ਸਕੇ। ਫਿਰ ਮਦਦ ਵੀ ਚਾਹੀਦੀ ਦੂਜੇ ਨੂੰ। ਮਦਦ ਕਿਵੇਂ ਕਰੇਗਾ? ਜੇ ਤੇ ਈਗੋਟਿਸਟ ਹੋ ਕੇ ਮਦਦ ਕਰੇਗਾ, ਜੇ ਕਿਸੇ ਫਰਸਟ੍ਰੇਸ਼ਨ ਵਿੱਚੋਂ ਮਦਦ ਕਰੇਗਾ, that is not a help. That is kind of just you're doing some kind of you can say duty or some kind of just work which you really don't want to do it. ਪਰ ਇਹਦੇ ਮੁਕਾਬਲਤਨ ਜਿਹੜਾ ਓਪੋਜ਼ਿਟ ਇਹਦੇ ਕੀ ਹੈਗਾ ਕਿ ਬੰਦਾ 100% ਇਮਾਨਦਾਰੀ ਦੇ ਨਾਲ ਕਿਸੇ ਕੰਪੈਸ਼ਨ, ਕਿਸੇ ਤਰਸ 'ਚ ਹੈਲਪ ਕਰਨ ਲਈ ਤਿਆਰ ਹੁੰਦਾ। ਫਿਰ ਮਦਰ ਨੇਚਰ ਵੀ ਹੈਲਪ ਕਰ ਦਿੰਦੀ, ਵਾਈਜ਼ ਬਣਾ ਦਿੰਦੀ। ਫਿਰ ਸਭ ਤੋਂ ਵੱਡੀ ਹੈਲਪ ਇਹ ਹੁੰਦੀ ਹੈ ਤੁਸੀਂ ਵਿਜ਼ਡਮ ਵੰਡਦੇ ਹੋ, ਆਲੇ ਦੁਆਲੇ ਸਮਝ ਵੰਡਦੇ ਹੋ, ਸੋਝੀ ਵੰਡਦੇ ਹੋ। ਮੈਂ ਵੀ ਫਰਸਟ੍ਰੇਸ਼ਨ ਵੰਡ ਰਿਹਾ, ਦੂਜਾ ਆਲਰੇਡੀ ਫਰਸਟ੍ਰੇਸ਼ਨ ਵਿੱਚ ਭਰਿਆ ਹੋਇਆ, ਤੇ ਫਿਰ ਟਕਰਾਅ ਹੋ ਹੀ ਜਾਏਗਾ। ਫਿਰ ਤੇ ਕੂੜ ਐਨੇ ਲੱਗਾ, ਕੂੜ ਹੀ ਕੂੜ ਹੈ ਸਭ। ਜਿੱਥੇ ਦੂਸਰੇ ਨੂੰ ਫਰਸਟ੍ਰੇਸ਼ਨ ਆ, ਕੁਛ ਆ, ਤੁਸੀਂ ਉਹਨੂੰ ਬੜੇ ਵਾਈਜ਼ਰ ਵੇ ਦੇ ਨਾਲ ਹੈਂਡਲ ਕਰ ਰਹੇ ਹੋ। ਤੁਸੀਂ ਬੜੇ ਸੋਝੀ ਨਾਲ, ਧੀਰਜ ਨਾਲ, ਪੇਸ਼ੈਂਸ ਨਾਲ ਚੀਜ਼ਾਂ ਕਿਉਂ ਨਾ ਬਦਲਣਗੀਆਂ। ਐਵੇਂ ਸੰਸਾਰ ਬਦਲਦਾ। ਜੇ ਇਹ ਰੂਪ ਲੈ ਕੇ ਆਵਾਂਗੇ, ਉਹਨੂੰ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਹਿਣ ਲੱਗੇ ਵਿਆਹ ਹੋਵਾ ਸੋਭ ਸੇਤੀ। ਫਿਰ ਪੰਚ ਸ਼ਬਦੀ, ਉਹ ਜਿਹੜੇ ਪੰਚ ਸ਼ਬਦ ਸੀਗੇ ਉੱਠਿਆ ਆਇਆ, ਉਹ ਆ ਗਏ। ਪੰਚ ਸ਼ਬਦੀ ਆਇਆ ਜਿਹੜੇ ਉਹ ਜਿਸ ਨੂੰ ਆਪਾਂ ਬੀਤੇ ਸਮੇਂ 'ਚ ਵਿਚਾਰਿਆ ਸੀਗਾ। ਤਤ ਤੰਤੀ ਵਿਤ ਚਰਮ ਖਾ ਘਣ ਕਾਂਸੀ ਕੋ ਜਾਨ ਨਾਦ ਸ਼ਬਦ ਘਟਕੂ ਕਹਿਤ ਸੁਬਰ ਸਵਾਸ ਪਹਿਚਾਨ। ਉਹ ਪੰਜ ਤਰ੍ਹਾਂ ਦੇ ਜਿਹੜੇ ਸਾਜ਼ਾਂ ਦਾ ਸੰਗੀਤ ਹੈ ਸਾਰਾ। ਇਹ ਵੀ ਇੱਕ ਮੈਟਾਫੋਰ ਹੈ ਖੁਸ਼ੀ ਦੀ ਐਕਸਟ੍ਰੀਮ ਲੈਵਲ ਜਿਹੜਾ ਆ। ਬੰਦਾ ਮਨੁੱਖ ਨੇ ਖੁਸ਼ੀ ਨੂੰ ਲੈਣ ਵਾਸਤੇ ਮਿਊਜ਼ਿਕ ਦੀ ਕ੍ਰੀਏਸ਼ਨ ਕੀਤੀ, ਅਤੇ ਮਿਊਜ਼ਿਕ ਨੇ ਕੁਛ ਕਿਸੇ ਲੈਵਲ 'ਤੇ ਹੋ ਸਕਦਾ ਥੋੜ੍ਹਾ ਬਹੁਤਾ ਬੈਨੀਫਿਟ ਕੀਤਾ ਹੋਇਆ ਬੰਦੇ ਨੂੰ, ਪਰ ਉਸ ਤੋਂ ਬਾਅਦ ਜਿਹਨੂੰ ਕਿਹਾ ਜਾਏ ਕਿ ਜਿਹੜੀ ਨੋਇਜ਼ ਪੋਲਿਊਸ਼ਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਅੱਜ ਅਜੇ ਤਾਂ ਬੜੇ ਉਸ ਲੈਵਲ 'ਤੇ ਸਟੱਡੀਜ਼ ਆਉਣੀਆਂ ਨੇ ਕਿ ਜਿਹੜੇ ਬੇਤਹਾਸ਼ਾ ਜਿਹੜੇ ਉੱਚੇ ਮਿਊਜ਼ਿਕ ਅਤੇ ਬਫਰਸ ਅਤੇ ਸਭ ਚੱਲਦੇ ਬੂਫਰਸ ਚੱਲਦੇ ਸਾਰੇ ਇਹ ਸਾਡੇ ਅੰਦਰ ਕਿੰਨਾ ਇੰਪੈਕਟ ਪਾਉਂਦੇ। ਕੁਝ ਸਟੱਡੀ ਸਾਡੇ ਕੋਲ ਹੈ ਵੀ ਨੇ। ਸਾਡੇ ਕੰਨਾਂ ਦੇ ਵਿੱਚ ਜਿਹੜੇ ਸਾਡੇ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਵਾਟਰ ਬੋਲਸ ਕਹਿੰਦੇ ਹੈਗੇ ਅੰਦਰ, ਜਿਹੜੀਆਂ ਉਸ ਰੂਪ ਦੇ ਵਿੱਚ ਪੋਕਟਸ ਹੈਗੀਆਂ ਨੇ, ਅਤੇ ਉਹਨਾਂ ਦੇ ਨਾਲ ਜਿਹੜਾ ਲਗਾਤਾਰ ਅੰਦਰ ਰਿਪਲ ਇਫੈਕਟ ਆਵਾਜ਼ਾਂ ਕਰਦੀਆਂ, ਲਗਾਤਾਰ ਵੱਜਣ ਵਾਲੇ ਡਰਮਸ ਅਤੇ ਸਭ ਚੀਜ਼ਾਂ ਕਰਦੀਆਂ, ਅਤੇ ਉਹਦੇ ਨਾਲ ਇਰੀਟੇਸ਼ਨ ਬਿਲਡ ਹੁੰਦੀ। ਬੰਦਾ ਸੋਚਦਾ ਮੈਂ ਇਰੀਟੇਟ ਹੋ ਰਿਹਾ, ਮਿਊਜ਼ਿਕ ਸੁਣਦਾ ਹਾਂ, ਹੋਰ ਇਹੋ ਜਿਹੀਆਂ ਚੀਜ਼ਾਂ, ਹੋਰ ਇਰੀਟੇਸ਼ਨ ਵਧੀ ਜਾਂਦੀ, ਹੋਰ ਅਜੀਬ ਹਾਲਤ। ਕਈ ਵਾਰ ਲੋਕ ਕਹਿੰਦੇ ਮੈਂ ਕੰਸਨਟਰੇਸ਼ਨ ਕਰ ਰਿਹਾ ਕਿਉਂਕਿ ਮੈਂ ਇਹੋ ਜਿਹੀਆਂ ਚੀਜ਼ਾਂ ਸੁਣ ਰਿਹਾ। ਐਕਚੁਅਲੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨੂੰ ਡਿਸਟਰੈਕਟ ਕਿਹੜੀ ਚੀਜ਼ ਕਰ ਰਹੀ ਹੈ, ਇਹੀ ਚੀਜ਼ ਡਿਸਟਰੈਕਟ ਕਰ ਰਹੀ ਹੈ। ਸੋ ਇਹ ਸਾਰੇ ਦੇ ਨਾਲ ਇੱਕ ਐਸੀ ਹਾਲਤ ਬਣ ਰਹੀ ਹੈ। ਆਪ ਦੇਖੋਗੇ ਅੱਜ ਦੀ ਦੁਨੀਆ ਦੇ ਵਿੱਚ, ਮਤਲਬ ਆਪ ਤੇ ਗੁਰੂ ਕੇ ਹਜ਼ੂਰ ਬੈਠੇ ਹੋ, ਨਹੀਂ ਤੇ ਬੰਦੇ ਤੁਸੀਂ ਦੇਖੋ ਕਈ ਵਾਰ ਐਵੇਂ ਹਿੱਲੀ ਜਾਂਦੇ ਬੈਠੇ, ਆਪਣੇ ਜਿਹੜਾ ਹੈਗਾ
ਕੜਾਕੇ ਕੱਢੀ ਜਾਂਦੇ ਕੁਝ ਇਸ ਤਰੀਕੇ ਨਾਲ, ਸਾਰੀ ਐਂਗਜ਼ਾਇਟੀ ਹੈ ਸਾਰੀ ਹੈ। ਤੇ ਇਹ ਐਂਗਜ਼ਾਇਟੀ ਜਿਹੜੀ ਕਿੱਥੋਂ ਆ ਰਹੀ ਹੈ? ਕਿਉਂਕਿ ਉਹਨੂੰ ਪਤਾ ਨਹੀਂਗਾ ਹਾਊ ਟੂ ਐਕਚੁਅਲੀ ਇੰਜੋਏ ਦੀ ਸਟੇਬਿਲਿਟੀ ਉਸ ਰੂਪ ਦੇ ਵਿੱਚ। ਇਹਦੇ ਬਾਬਤ ਇੱਕੋ ਹੀ ਤਰੀਕਾ ਆ, ਬੰਦੇ ਦੇ ਅੰਦਰ ਸੰਗੀਤ ਵੱਜੇ। ਤੇ ਅੰਦਰ ਸੰਗੀਤ ਕਿਹੜਾ ਵੱਜੇਗਾ? ਇਹ ਸਿਰਫ ਸਾਜ਼ਾਂ ਦਾ ਸੰਗੀਤ ਨਹੀਂ ਗੱਲ ਹੋ ਰਹੀ, ਇਹ ਹੈ ਤੁਹਾਡੇ ਅੰਦਰ ਥਾਟ ਪ੍ਰੋਸੈਸ ਪ੍ਰੋਪਰ ਹੋ ਗਿਆ, ਤੁਸੀਂ ਰੂਟਸ ਫੜਨੇ ਸ਼ੁਰੂ ਕਰ ਦਿੱਤੇ, ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਗਈ ਫਰਸਟ੍ਰੇਸ਼ਨ, ਗੁੱਸਾ, ਐਂਗਰ, ਈਗੋ ਇਹ ਕਿੱਥੋਂ ਆ ਰਹੀ ਹੈ। ਤੁਸੀਂ ਉਹਨਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੀ ਮੁਸ਼ਕਿਲਾਂ ਹੱਲ ਹੁੰਦੀਆਂ ਤੁਹਾਨੂੰ ਨਜ਼ਰ ਪੈ ਰਹੀਆਂ, ਤੁਹਾਨੂੰ ਲੱਗ ਰਿਹਾ ਹਾਂ ਹੁਣ ਫਰਸਟ੍ਰੇਸ਼ਨ ਇੱਥੋਂ ਆ ਰਹੀ ਸੀ ਇਸ ਚੀਜ਼ ਕਰਕੇ, ਐਵੇਂ ਸੋਚ ਰਿਹਾ ਸੀ ਤਾਂ ਤੰਗ ਹੋ ਰਿਹਾ ਸੀਗਾ। ਤੁਸੀਂ ਆਪਣੇ ਥਾਟ ਉਹਨਾਂ ਨੂੰ ਓਬਜ਼ਰਵ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਰਿਫਲੈਕਸ਼ਨ ਲੈਣੀ ਸ਼ੁਰੂ ਕਰ ਦਿੱਤੀ। ਸਾਰਾ ਸ਼ਬਦ ਗਿਆਨ ਇਹੀ ਹੈ, ਗੁਰਬਾਣੀ ਇਹੀ ਹੈ ਸਾਰੀ। ਹੁਣ 5 ਸ਼ਬਦ ਨੇ, ਅਜੀਬ ਇੱਕ ਅੰਦਰ ਦੀ ਹਾਲਤ ਹੈ, ਖੁਸ਼ੀ ਦਾ ਕਾਲਮ ਬਣ ਰਿਹਾ ਹੈਗਾ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ, ਵਿਆਹ ਹੋਵਾ ਸੋਭ ਸੇਤੀ 5 ਸ਼ਬਦੀਆਂ ਆਇਆ, ਜਿਨ ਕੀਆ ਤਿਨ ਦੇਖਿਆ ਜਗਤ ਅੰਦੜਾ ਲਾਇਆ। ਬਾਕੀ ਸ਼ਿਕਵੇ ਸ਼ਿਕਾਇਤਾਂ ਕਿਸੇ ਕਿਹਦੇ ਕੇ ਕਰਾਂਗੇ, ਕਿ ਜਿਹਨੇ ਬਣਾਇਆ ਹੈ ਉਹਨੇ ਧੰਦੇ 'ਚ ਲਾਇਆ। ਜੇ ਧੰਦਾ ਚੱਲ ਰਿਹਾ, ਤੁਸੀਂ ਜਿਹੜੇ ਰੋਲ 'ਚ ਤੁਹਾਨੂੰ ਲੱਗ ਰਿਹਾ ਕਿ ਆਹ ਰੋਲ ਮੇਰੇ ਲਈ ਜ਼ਿਆਦਾ ਫਿੱਟ ਹੈ, ਤੁਸੀਂ ਉਸ ਤਰੀਕੇ ਨਾਲ ਚੱਲੀ ਜਾ ਰਹੇ ਹੋ, ਅਤੇ ਫਿਰ ਸ਼ਿਕਾਇਤਾਂ ਵੀ ਕਰ ਰਹੇ ਹੋ। ਭਾਈ ਰੋਲ ਤੁਸੀਂ ਆਪ ਚੂਜ਼ ਕਰ ਰਹੇ ਹੋ, ਅਤੇ ਫਿਰ ਸ਼ਿਕਾਇਤਾਂ ਕਾਹਦੀਆਂ ਕਰਨੀਆਂ? ਇਹੀ ਆਟੋਨਮੀ ਦਿੱਤੀ ਉਹਨੇ। ਦੂਸਰਾ ਪਦ ਅੱਜ ਅਸੀਂ ਜਿਹੜਾ ਦੇਖਣਾ ਹੈਗਾ ਉਹ ਹੈਗਾ, ਗੁਰੂ ਸਾਹਿਬ ਕਹਿੰਦੇ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਹਉ ਬਲਿਹਾਰੀ ਸਾਜਨਾ, ਮੈਂ ਮੇਰੇ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਲਿਹਾਰ ਜਾਣਾ। ਮੀਤਾ ਅਵਰੀਤਾ, ਤੂੰ ਮਿੱਤ ਆ, ਤੇ ਅਵਰੀਤਾ ਕਿਉਂਕਿ ਤੂੰ ਉਹਨਾਂ ਵਿੱਚ ਰਵ ਰਿਹਾ ਜਿਹੜੇ ਅਵਰੀਤ ਹੋ ਗਏ ਨੇ। 2 ਲਫ਼ਜ਼ ਨੇ, ਪ੍ਰਵਿਰਤ ਤੇ ਅਵਰੀਤ, ਜਾਂ ਕਈ ਵਾਰ ਅਸੀਂ ਨਿਰਵਿਰਤ ਵੀ ਕਹਿ ਦਿੰਦੇ ਹਾਂ। ਪ੍ਰਵਿਰਤ ਹੋਣ ਦਾ ਮਤਲਬ ਹੈ ਕਿ ਸੰਸਾਰ ਦੇ ਵਿੱਚ ਗਲਤਾਨ ਹੋ ਜਾਣਾ। ਪੋਜ਼ੀਟਿਵ ਸੈਂਸ 'ਚ ਗੁਰੂ ਸਾਹਿਬ ਨੇ ਇਸ ਵਰਡ ਨੂੰ ਯੂਜ਼ ਕੀਤਾ, ਪਰ ਇਹਦਾ ਮਤਲਬ ਇਹ ਹੈ ਕਿ ਲਾਲਚ, ਵਾਸ਼ਨਾ ਇਤਨੀ ਪ੍ਰਭਾਵਿਤ ਕਰੇ ਕਿ ਬੰਦਾ ਇਸ ਤੋਂ ਬਾਹਰ ਨਾ ਆ ਸਕੇ। ਜੇ ਸਪੋਜ਼ ਕਰੋ ਕਿ ਜਿਹੜੀ ਇੰਟਰਟੇਨਮੈਂਟ ਵਗੈਰਾ ਬਣਾਈ ਸੀਗੀ, ਟੀਵੀ ਹੋਰ ਚੀਜ਼ਾਂ ਬਣਾਈਆਂ ਤੇ ਇਸ ਕਰਕੇ ਸੀਗੀਆਂ ਬੰਦੇ ਨੂੰ ਖੁਸ਼ੀ ਮਿਲੇਗੀ, ਅਤੇ ਬੰਦਾ ਉਹਨੂੰ ਵਾਚ ਕਰਨ ਲੱਗ ਗਿਆ, ਸਕਰੀਨ ਵਾਚ ਕਰਨ ਲੱਗ ਗਿਆ, ਦੇਖਣ ਲੱਗ ਗਿਆ, ਇਤਨਾ ਜ਼ਿਆਦਾ ਲੌਸਟ ਹੋ ਗਿਆ, ਵੇਖੀ ਗਿਆ, ਸੋਚਿਆ ਖੁਸ਼ੀ ਮਿਲੇਗੀ। ਬਾਅਦ ਜਾ ਕੇ ਗਿਲਟੀ ਫੀਲ ਹੋਣੀ ਸ਼ੁਰੂ ਹੋ ਗਈ ਕਿ ਉਹ ਆਮ ਵੇਸਟਿੰਗ ਮਾਈ ਟਾਈਮ, ਨਾ ਉਹਦੇ ਤੋਂ ਛੱਡ ਪਾ ਰਿਹਾ ਹੈ, ਨਾ ਜੋ ਟਾਈਮ ਜਾ ਰਿਹਾ ਉਸ ਗਿਲਟ ਤੋਂ ਬਾਹਰ ਨਿਕਲ ਪਾ ਰਿਹਾ। ਇੱਕ ਅਜੀਬ ਹਾਲਤ ਹੈ। ਅੱਜ ਵੱਡੇ ਲੈਵਲ 'ਤੇ ਲੋਕਾਂ 'ਚ ਇਹ ਸਮੱਸਿਆ ਆ ਰਹੀ ਹੈ ਇਸ ਤਰੀਕੇ ਦੇ ਨਾਲ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪਤਾ ਨਹੀਂ ਪ੍ਰਵਿਰਤ ਹੋਣਾ ਕਿਵੇਂ ਹੈ। ਪ੍ਰਵਿਰਤ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਚੀਜ਼ ਨਾਲ ਆਪਣੀ ਅਟੈਚਮੈਂਟ ਬਣਾਈ, ਪਰ ਯੂ ਹੈਵ ਟੂ ਹੈਵ ਐਬਿਲਿਟੀ ਟੂ ਮੇਕ ਸਮ ਕਾਈਂਡ ਆਫ ਡਿਟੈਚਮੈਂਟ ਟੂ। ਜਿਵੇਂ ਆਪਾਂ ਕਿਸੇ ਬੱਸ 'ਚ ਗੱਡੀ 'ਚ ਬੈਠਦੇ ਹਾਂ ਸਫ਼ਰ ਕਰਨ ਵਾਸਤੇ, ਸਾਨੂੰ ਪਤਾ ਸੀ A ਡੈਸਟੀਨੇਸ਼ਨ ਤੋਂ B ਡੈਸਟੀਨੇਸ਼ਨ ਤੱਕ ਜਾਣਾ, ਅਤੇ ਬੱਸ ਨੇ ਤਾਂ ਬੜੀ ਦੂਰ ਤੱਕ ਜਾਣਾ, ਅਤੇ ਆਪਾਂ ਬੱਸ 'ਚ ਬੈਠੇ, ਵੀ ਇੰਜੋਏ ਸਮ ਕਾਈਂਡ ਆਫ ਕੰਫਰਟ ਇਨ ਦੈਟ ਐਕਚੁਅਲੀ। ਬੱਸ ਦੇ ਵਿੱਚ ਸੀਟ ਬੜੀ ਚੰਗੀ ਹੈ, ਬੈਠੇ ਵਿੱਚ ਲੋਕ ਨੇ, ਹੋ ਸਕਦਾ ਕੋਈ ਮਿਊਜ਼ਿਕ ਵੀ ਚੱਲ ਰਿਹਾ ਹੋਵੇ, ਸਭ ਕੁਛ। ਬਟ ਇਹ ਸਭ ਕੁਝ ਹੋਣ ਦੇ ਬਾਵਜੂਦ ਹੀ ਤੁਸੀਂ ਆਪਣਾ ਡੈਸਟੀਨੇਸ਼ਨ ਥੋੜ੍ਹਾ ਭੁੱਲ ਜਾਓਗੇ। ਜੇ ਉੱਧਰੋਂ ਡੈਸਟੀਨੇਸ਼ਨ ਆ ਗਿਆ, ਤੁਹਾਨੂੰ ਪਤਾ ਲੱਗ ਰਿਹਾ ਹੈ ਵੀ ਤੈਨੂੰ ਉਤਰਨਾ ਚਾਹੀਦਾ ਇੱਥੇ ਹੁਣ, ਪਰ ਤੁਸੀਂ ਕਹਿੰਦੇ ਨਹੀਂ ਬੱਸ ਬੜੀ ਕੰਫਰਟੇਬਲ ਆ, ਲੈਟਸ ਕੀਪ ਔਨ ਮੂਵਿੰਗ, ਕੀਪ ਔਨ ਗੋਇੰਗ। ਫਿਰ ਕੀ ਹੋਏਗਾ? ਡੈਸਟੀਨੇਸ਼ਨ ਪਿੱਛੇ ਰਹਿ ਜਾਏਗਾ। ਫਿਰ ਹਾਲਤ ਇਹ ਬਣੇਗੀ ਕਿ ਥੋੜਾ ਅੱਗੇ ਜਾਓਗੇ, ਫਿਰ ਡਰ ਵੀ ਲੱਗੇਗਾ, ਓਹੋ ਵੀ ਮੇਰਾ ਤਾਂ ਡੈਸਟੀਨੇਸ਼ਨ ਹੀ ਪਿੱਛੇ ਰਹਿ ਗਿਆ। ਹੁਣ ਉਹ ਬੱਸ ਦੀ ਜਿਹੜੀ ਸਵਾਰੀ ਆ ਜੋ ਕਰ ਰਿਹਾ ਵਾ, ਉਹ ਵੀ ਨਹੀਂ ਖੁਸ਼ੀ ਦੇ ਰਹੀ, ਉਹ ਵੀ ਨਹੀਂ ਸੁੱਖ ਦੇ ਰਹੀ। ਆਹ ਹੋ ਰਿਹਾ। ਅਟੈਚਮੈਂਟ ਬਿਲਡ ਕਰੋ ਕਿਸੇ ਚੀਜ਼ ਨਾਲ, ਪਰ ਜੋ ਤੁਸੀਂ ਅਸਲ ਵਿੱਚ ਕਰਨਾ ਆ ਉਸ ਪਾਸੇ ਵੀ ਧਿਆਨ ਰੱਖੋ, ਉਤਰਨਾ ਵੀ ਯਾਦ ਰੱਖੋ ਉਹਦੇ ਤੋਂ। ਇਸ ਸੰਸਾਰ ਦੇ ਨਾਲ ਜੁੜਨਾ, ਮਿਲਣਾ ਸਭ, ਪਰ ਇੱਕ ਲੈਵਲ 'ਤੇ ਜਾ ਕੇ ਛੱਡਣਾ ਵੀ ਇਸ ਨੂੰ ਹੈ। ਇਹ ਵੀ ਚੇਤੇ ਰੱਖਣਾ। ਇੱਥੇ ਬਾਬਾ ਜੀ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਣਾ, ਕਿਉਂਕਿ ਜਿਨ੍ਹਾਂ ਦੇ ਵਿੱਚ ਰਵ ਰਿਹਾ ਹੈ ਉਹ ਵੀ ਮੇਰੇ ਸੱਜਣ ਨੇ, ਅਤੇ ਉਹ ਅਵਰੀਤ ਨੇ। ਉਹ ਸੰਸਾਰ ਵਿੱਚ ਰਹਿ ਕੇ ਸੰਸਾਰ ਨਾਲੋਂ ਡਿਟੈਚਮੈਂਟ ਉਹਨਾਂ ਬਿਲਡ ਕਰ ਰਹੀ ਹੈ। ਉਹਨਾਂ ਨੂੰ ਪਤਾ ਹੈ ਸੰਸਾਰ 'ਚ ਕਿਵੇਂ ਕੌਲ ਦੇ ਫੁੱਲ ਦੀ ਤਰ੍ਹਾਂ ਰਹਿਣਾ, ਉਹਦੀ ਬਾਤ ਹੋ ਰਹੀ ਹੈ ਇਹਦੇ ਅੰਦਰ। ਅਗਲਾ ਬਚਨ ਲਿਖਿਆ, ਇਹ ਤਨ ਜਿਨ ਸੋਂ ਗਾੜਿਆ ਮਨ ਲੀੜਾ ਦਿੱਤਾ। ਇਹ ਮਨ ਜਿਨ ਸੋਂ ਗਾੜਿਆ, ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪੈ ਭਾਵ ਇਸ ਰੂਪ ਵਿੱਚ ਆ ਗਿਆ। ਸਭ ਕਹਿੰਦੇ ਉਹਨਾਂ ਨੂੰ ਮਨ ਲੀੜਾ ਦਿੱਤਾ, ਜੋ ਉਹਨਾਂ ਦਾ ਮਨ ਚਾਹੁੰਦਾ ਸੀਗਾ ਉਹ ਇੱਛਾਵਾਂ ਪੂਰੀਆਂ ਹੋ ਗਈਆਂ। ਇਹਦੇ 'ਚ ਸਿੰਪਲ ਲੈਵਲ 'ਤੇ ਬਾਤ ਕਰਾਂਗਾ, ਜਿਹੜੀਆਂ ਮਨ ਦੀਆਂ ਇੱਛਾਵਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਹੀ ਬੰਦਾ ਪ੍ਰੋਪਰਲੀ ਡਿਟੈਕਟ ਕਰੇ ਵੀ ਆਹ ਕਿੱਥੋਂ ਰਹੀਆਂ ਨੇ। ਸਪੋਜ਼ ਕਰੋ ਮੈਂ ਨਵੀਂ ਕਾਰ ਚਾਹੁੰਦਾ ਵਾਂ, ਕਾਹਦੇ ਲਈ? ਜਾਂ ਵਧੀਆ ਕਾਰ, ਸਪੋਰਟਸ ਮਾਡਲ ਗੱਡੀ ਚਾਹੁੰਦਾ ਤਾਂ ਕਿ ਲੋਕਾਂ ਨੂੰ ਵਿਖਾ ਸਕਾਂ ਮੈਂ।
ਸੋ ਜੇ ਇਹਨੂੰ ਸਿਆਣਪ ਦੇ ਆਧਾਰ ਤੇ ਦੇਖੋਗੇ ਨਾ, ਸਾਈਕੋਲੋਜੀਕਲ ਸਾਈਡਸ ਤੋਂ, ਤੇ ਪਤਾ ਲੱਗੇਗਾ ਆਈ ਰੀਅਲੀ ਵਾਂਟ ਟੂ ਅਟਰੈਕਟ ਬੈਡ ਕਰਾਊਡ। ਕਿਉਂਕਿ ਬੈਡ ਕਰਾਊਡ ਹੀ ਮੇਰੇ ਵੱਲ ਵੇਖੇਗਾ, ਉਹ ਜੈਲਸ ਫੀਲ ਕਰੇਗਾ ਸਭ ਕੁਝ। ਇਹ ਕਾਹਦੀ ਇੱਛਾ ਹੋਈ ਫਿਰ? ਮੈਨੂੰ ਇਹ ਇੱਛਾ ਸੁੱਖ ਨਹੀਂ ਦੇਗੀ। ਇਸੇ ਲਈ ਦਾਨੇ ਲੋਕਾਂ ਨੇ ਬਚਨ ਕਿਹਾ, ਜਿਹੜੇ ਲੋਕ ਬਹੁਤ ਅਮੀਰ ਹੋ ਜਾਂਦੇ ਨੇ, ਬਹੁਤ ਸਰਮਾਏਦਾਰ ਹੋ ਜਾਂਦੇ ਨੇ, ਬਹੁਤ ਸਮਝਦਾਰ ਹੋ ਜਾਂਦੇ ਨੇ, ਉਹ ਇਤਨਾ ਯਤਨ ਕਰਦੇ ਨੇ ਅਸੀਂ ਗਰੀਬ ਦਿਸੀਏ, ਅਮੀਰ ਨਾ ਦਿਸੀਏ। ਬੈਡ ਕਰਾਊਡ ਨਹੀਂ ਅਸਲ 'ਚ ਆਪਣੇ ਵੱਲ ਨੂੰ ਅਟਰੈਕਟ ਕਰਨਾ, ਨਾ ਨਾ ਨਾ। ਸਾਰਾ ਗੈਂਗਵਾਰ ਤੇ ਸਾਰੀ ਕੀ ਹੈ? ਐਕਚੁਅਲੀ ਬੈਡ ਅਟੈਂਸ਼ਨ ਬਾਏ ਕਰਨ ਦੀ ਬਾਤ ਹੋ ਰਹੀ ਸਾਰੇ। ਇਹੀ ਅਸੀਂ ਸੰਸਾਰ 'ਚ ਕਰ ਰਹੇ। ਸਾਡੇ ਪੰਜਾਬ ਦੀ ਫਿਜ਼ਾਂ ਦੇ ਸ਼ਰੀਕੇਬਾਜ਼ੀ ਕੀ ਹੈ ਸਾਰੇ। ਜੇ ਬੰਦੇ ਦੇ ਕੋਲ ਕੁਝ ਖਾਸੀਅਤ, ਕੁਝ ਖੂਬੀ, ਕੁਝ ਗੁਣ ਹੈ, ਤਾਂ ਉਹਨੂੰ ਇਸ ਲੈਵਲ ਤੇ ਦੇਖੇ ਕਿ ਬੰਦਾ ਇਸ ਚੀਜ਼ ਤੋਂ ਜਿਹੜਾ ਆਪਣੇ ਆਪ ਨੂੰ ਬਾਹਰ ਕੱਢ ਲਵੇ ਉਸ ਰੂਪ ਦੇ ਅੰਦਰ। ਸੋ ਸਾਹਿਬ ਮਹਾਰਾਜ ਵਿੱਚ ਬਿਆਨ ਕਰਦੇ, ਸਾਹਿਬ ਕਹਿੰਦੇ ਕਿ ਚੇਤੇ ਰੱਖਿਆ ਜੇ, ਇਹ ਤਨ ਜਿਨ ਸਿਉ ਗਾੜਿਆ ਮਨ ਲੀੜਾ ਦਿੱਤਾ। ਜਿਹਦੇ ਨਾਲ ਅਸੀਂ ਇਹਨੂੰ ਲਗਾ ਲਿਆ, ਉਹਨੇ ਫਿਰ ਮਨ ਲੀੜਾ ਦਿੱਤਾ। ਉਹ ਮਨ ਦੀਆਂ ਇੱਛਾਵਾਂ ਪੂਰੀਆਂ ਕਰਤੀਆਂ, ਉਸ ਲੈਵਲ ਤੇ ਲੈ ਆਇਆ ਕਿ ਜੋ ਮਨ ਨੇ ਮੰਗਿਆ ਪੂਰਾ ਹੋ ਗਿਆ। ਮਨ ਮੰਗਦੇ ਹੀ ਕੁਛ ਨਹੀਂ ਹੋਣਾ। ਮਨ ਹੀ ਮੰਗਦਾ ਸੰਤੋਖ ਹੋਏ, ਸੰਤੁਸ਼ਟੀ ਹੋਏ, ਚੜ੍ਹਦੀ ਕਲਾ ਹੋਏ, ਸਭ ਦੇ ਭਲੇ 'ਚ ਮੇਰਾ ਭਲਾ ਆ। ਇਹ ਜਿਹੜੀ ਚੀਜ਼ ਆ ਗਈ ਉਸ ਰੂਪ ਦੇ ਅੰਦਰ, ਇਹਦੀ ਬਾਤ ਆਈ। ਅਗਲਾ ਵਚਨ ਹੈ, ਲਿਆ ਤਾਂ ਦਿਆ ਮਾਨ ਜਿਨ ਸਿਉ ਸੇ ਸੱਜਣ ਕਿਉਂ ਵਿਸਰੈ। ਜਿਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਤੇ ਉਹਦੇ ਸਤਸੰਗੀਆਂ ਨਾਲ ਜੁੜ ਕੇ, ਲਿਆ ਤਾਂ ਦਿਆ ਮਾਨ ਜਿਨ ਸਿਉ, ਜਿਨ੍ਹਾਂ ਤੋਂ ਇਹ ਸੱਚਾ ਸੁੱਚਾ ਮਾਣ ਮੈਨੂੰ, ਸੋਭਾ ਮੈਨੂੰ ਪ੍ਰਾਪਤ ਹੋ ਗਈ। ਕਿਆ ਸੇ ਸੱਜਣ ਕਿਉਂ ਵਿਸਰੈ, ਉਹ ਵਿਸਾਰਾਂ ਕਿਉਂ? ਉਹ ਸੱਜਣ ਰੱਬ ਦੇ ਵਰਸਾਏ ਹੋਏ ਮਨੁੱਖਾਂ ਦੀ ਬਾਤ ਦੇ ਨਾਲ ਉਹਦੇ ਗੁਣਾਂ ਦੀ ਗੱਲ ਵੀ ਹੋ ਰਹੀ। ਬੜਾ ਡੀਪ ਲੈਵਲ ਦਾ ਸ਼ਬਦ ਚੱਲਦਾ ਨਾਲ ਨਾਲ। ਜਿਹਦੇ ਸਦਕਾ ਇਹ ਚੀਜ਼ ਬਣੀ, ਉਹਨੂੰ ਮੈਂ ਕਦੀ ਵਸਾਰਾ ਨਾ। ਇਹਨੂੰ ਇਸ ਤਰ੍ਹਾਂ ਜਾਣੋ ਕਿ ਸਪੋਜ਼ ਕਰੋ, ਬੰਦਾ ਕਈ ਵਾਰੀ ਹੁੰਦਾ ਹੈ ਕਿ ਕੋਈ ਚੀਜ਼, ਕੋਈ ਤੁਸੀਂ ਕੁਝ ਇਹੋ ਜਿਹਾ ਫੂਡ ਇਨਟੇਕ ਕੀਤਾ, ਕੁਝ ਇਨਵਾਇਰਮੈਂਟ ਚੇਂਜਸ ਕੀਤੀਆਂ। ਜਿਵੇਂ ਮੈਂ ਸਰਲ ਭਾਵ ਵਿੱਚ ਬਾਤ ਕਰਾਂ ਕਿ ਜਿਵੇਂ ਐਲਰਜੀ ਵਗੈਰਾ ਹੁੰਦੀ ਬੰਦੇ ਨੂੰ, ਜੇ ਸਵੀਅਰ ਨਾ ਹੋਏ, ਥੋੜ੍ਹੇ ਲੈਵਲ ਦੀ ਹੋਏ, ਥੋੜ੍ਹਾ ਜਿਹਾ ਇਨਵਾਇਰਮੈਂਟ ਚੇਂਜ ਆਏ, ਥੋੜ੍ਹਾ ਫਰਕ ਪੈ ਗਿਆ, ਬੰਦੇ ਨੂੰ ਨੋਟਿਸ ਨਹੀਂ ਕੀਤਾ, ਅਤੇ ਬੰਦਾ ਥੋੜ੍ਹੀ ਦੇਰ ਬਾਅਦ ਫਿਰ ਸੇਮ ਇਨਵਾਇਰਮੈਂਟ 'ਚ ਜਿਹੜਾ ਹੈਲਪਫੁਲ ਨਹੀਂ ਸੀਗਾ, ਬਲਕਿ ਉਸ ਚੀਜ਼ ਨੂੰ ਇਨਕਰੀਜ਼ ਕਰ ਰਹੇ, ਉਹਦੇ ਚਲਾ ਗਿਆ ਅਤੇ ਭੁੱਲ ਗਿਆ। ਉਹ ਕਹਿੰਦੇ ਥੋੜ੍ਹਾ ਆਰਾਮ ਤਾਂ ਮਿਲ ਗਿਆ ਸੀ, ਪਰ ਪਤਾ ਨਹੀਂ ਕਿਉਂ ਹੁਣ ਫਿਰ ਆ ਗਿਆ। ਭਾਈ ਜਿਸ ਚੀਜ਼ ਨਾਲ ਆਰਾਮ ਮਿਲਿਆ ਸੀਗਾ, ਉਹ ਤੂੰ ਭੁਲਾ ਦਿੱਤੀ, ਉਹਨੂੰ ਵਾਪਸ ਲੈ ਕੇ ਆ। ਮੈਂਟਲ ਹੈਲਥ ਦੇ ਵਿੱਚ ਤੇ ਸਾਰਾ ਕੰਮ ਹੀ ਮੈਡੀਟੇਸ਼ਨ ਇਸ ਰੂਪ ਦੇ ਵਿੱਚ ਹੈਗਾ, ਮੈਡੀਟੇਸ਼ਨ ਦਾ ਆ, ਧਿਆਨ ਦਾ ਆ। ਧਿਆਨ ਰੱਖ, ਜਿਹੜੀ ਚੀਜ਼ ਤੈਨੂੰ ਇਹ ਟ੍ਰਿਗਰ ਨਹੀਂ ਕਰਦੀ, ਤੈਨੂੰ ਗੁੱਸਾ ਘੱਟ ਆਉਂਦਾ, ਤੈਨੂੰ ਫਰਸਟ੍ਰੇਸ਼ਨ ਘੱਟ ਆਉਂਦੀ, ਐਂਗਜ਼ਾਇਟੀ ਘੱਟ ਆਉਂਦੀ, ਸਟ੍ਰੈਸ ਘੱਟ ਆਉਂਦਾ, ਇਹ ਚੀਜ਼ਾਂ ਘੱਟਦੀਆਂ ਨੇ, ਉਸ ਚੀਜ਼ ਤੇ ਐਮਫਸਾਈਜ਼ ਕਰ। ਤੇ ਥੋੜ੍ਹੀ ਥੋੜ੍ਹੀ ਕਰਕੇ ਲੱਭਦੀ ਇਹ ਚੀਜ਼। ਮਨ ਮੰਡਲ ਦੀ ਦੁਨੀਆ ਜਿਹੜੀ ਹੈ, ਮਨ ਦਾ ਕਿਤਨਾ ਕੰਪਲੈਕਸ ਹਾਲਤ ਆ, ਇਹ ਭਟਕਾ ਰਿਹਾ, ਭਟਕਾ ਰਿਹਾ, ਭਟਕਾ ਰਿਹਾ। ਪਰ ਜਦੋਂ ਕਿਤੇ ਬੰਦੇ ਨੂੰ ਥੋੜ੍ਹਾ ਪਤਾ ਲੱਗ ਜਾਂਦਾ, ਹਾਂ ਆਹ ਚੀਜ਼ ਸੂਦਿੰਗ ਕਰਦੀ, ਆਹ ਹਾਲਾਤ ਮੈਨੂੰ ਸੁਧਾਰਵਾਦੀ ਕਰਦੇ ਨੇ। ਬਾਬਾ ਜੀ ਨੇ ਬਾਤ ਕੀਤੀ, ਜਿਹਨੂੰ ਇਹਦੇ ਸਮਝ ਲੱਗ ਗਿਆ, ਉਹਨੇ ਲਿਆ ਤਾਂ ਦਿਆ ਮਾਨ ਜਿਨ ਸੇ ਉਸੇ ਸੱਜਣ ਕਿਉਂ ਵਿਸਰੈ। ਉਹ ਫਿਰ ਉਹਨੂੰ ਵਿਸਾਰਦਾ ਨਹੀਂ। ਉਹ ਕਹਿੰਦੇ ਨਾ, ਕਿਉਂਕਿ ਇਹਦੇ ਚੋਂ ਹੀ ਤਾਂ ਸਾਰੀ ਇਹ ਮਾਣ, ਇਹ ਮਨੋਵਰ, ਇਹ ਸੁੱਖ, ਇਹ ਸ਼ਾਂਤੀ ਸਾਰੀ ਪ੍ਰਾਪਤ ਹੋਈ ਹੈ। ਉਹਦੀ ਬਾਤ ਕੀਤੀ ਇਹਦੇ ਵਿੱਚ, ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਹਿ ਰਹੈ। ਜਿਨ ਦਿਸ ਆਇਆ ਹੋਏ ਰਲੀਆਂ, ਜਿਨ੍ਹਾਂ ਨੂੰ ਇਹ ਚੀਜ਼ ਦਿਸ ਗਈ, ਪਤਾ ਲੱਗ ਗਿਆ, ਵਿਜ਼ਨਰੀ ਹੋ ਗਏ ਜਿਹੜੇ ਲੋਕ। ਲੀਡਰ ਦਾ ਰੋਲ ਕੀ ਹੁੰਦਾ ਧਰਤੀ ਦੇ ਉੱਤੇ? ਲੀਡਰ ਹੁੰਦਾ ਜਿਹੜਾ ਜਿਹਨੂੰ ਦੂਰ ਤੱਕ ਦਿਸਦਾ ਆ। ਲੀਡਰਸ਼ਿਪ ਉਹਦੇ ਕੋਲ ਹੁੰਦੀ ਹੈ ਅਤੇ ਉਹਦੇ ਕੋਲ ਹੋਣੀ ਚਾਹੀਦੀ ਹੈ। ਜੇ ਇਹਨੂੰ ਤੁਸੀਂ ਸ਼ਬਦਕੋਸ਼ ਵਿੱਚ ਦੇਖੋ ਨਾ, ਤਾਂ ਪੁਰਾਣੇ ਸਮੇਂ ਲੋਕੀ ਜਦੋਂ ਬੋਟ ਦੇ ਉੱਤੇ ਸੇਲਿੰਗ ਕਰਦੇ ਸੀਗੇ, ਅਤੇ ਉਹ ਜਿਹੜੀ ਹੈਗੀ ਉਹਦੇ ਨਾਲ ਕੱਪੜੇ ਦੇ ਨਾਲ, ਤਰਪਾਲਾਂ ਦੇ ਨਾਲ ਬੋਟਾਂ ਚੱਲਦੀਆਂ ਸੀਗੀਆਂ, ਪਰਦੇ ਲਗਾ ਕੇ ਇਸ ਤਰੀਕੇ ਦੇ ਨਾਲ। ਅਤੇ ਉਹਨਾਂ ਦਾ ਵੱਡਾ ਸਾਰਾ ਵਿਚਕਾਰ ਇੱਕ ਜਿਹੜਾ ਉਹਦੇ ਇੱਕ ਜਿਹੜੀ ਡੰਡਾ ਹੁੰਦਾ ਸੀਗਾ, ਉਹ ਡੰਡੇ 'ਤੇ ਇਸ ਤਰੀਕੇ ਨਾਲ ਸਟਿਕਸ ਲੱਗੀਆਂ ਹੁੰਦੀਆਂ ਸੀ। ਜਿਹੜਾ ਲੀਡਰ ਹੁੰਦਾ ਸੀ ਸਭ ਤੋਂ ਉੱਤੇ ਬੈਠਦਾ ਸੀ। ਜਿਹੜੇ ਥੱਲੇ ਸੇਲ ਕਰਨ ਵਾਲੇ, ਉਹ ਸਾਰਾ ਸੇਲਿੰਗ ਸਟਾਫ ਹੁੰਦਾ ਸੀਗਾ, ਉਹ ਸੇਲਰਸ ਹੁੰਦੇ ਸੀ। ਉਹਨਾਂ ਨੂੰ ਤਾਂ ਬਹੁਤਾ ਨਹੀਂ ਦਿਸਦਾ, ਉਹਨੂੰ ਥੋੜ੍ਹੀ ਦੂਰ ਤੱਕ, ਉਹਨੂੰ ਦੂਰ ਤੱਕ ਦਿਸਦਾ ਸੀਗਾ। ਉਹ ਉਹਨਾਂ ਨੂੰ ਦੱਸ ਰਿਹਾ ਹੁੰਦਾ ਸੀ, ਗਾਈਡ ਕਰ ਰਿਹਾ ਹੁੰਦਾ ਸੀ, ਸੱਜੇ ਜਾਣਾ ਹੈ, ਖੱਬੇ ਜਾਣਾ, ਇਸ ਤਰੀਕੇ ਜਾਣਾ, ਇਸ ਤਰੀਕੇ ਜਾਣਾ। ਉਹ ਬੰਦੇ ਨੂੰ ਬਿਠਾ ਦਿੱਤਾ ਉੱਤੇ, ਅਤੇ ਉਸ ਨੂੰ ਦਿਸਦਾ ਹੈ ਨਹੀਂ, ਦੂਰ ਦੀ ਨਜ਼ਰ ਉਹਦੀ ਵੈਸੀ ਕਮਜ਼ੋਰ ਹੈ ਨਹੀਂ ਗੀ, ਜਾਂ ਉਹ ਡਿਸੀਜ਼ਨ ਮੇਕਰ ਨਹੀਂ ਹੈਗਾ ਉਸ ਤਰੀਕੇ ਨਾਲ, ਤਾਂ ਡੈਫੀਨੇਟਲੀ ਸਾਰੀ ਬੇੜੀ ਵੀ ਡੁੱਬੇਗੀ, ਅਤੇ ਉਹ ਵੀ ਬੜਾ ਵੱਡਾ ਮੂਰਖ ਖਵਾਏਗਾ ਵੀ ਆਹ ਤੂੰ ਕੀ ਕਰ ਰਿਹਾ। ਉਹ ਜੋਕਰ ਬਣ ਜਾਏਗਾ ਬੜਾ ਵੱਡਾ। ਜਿਸੇ ਦੁਨੀਆ ਪੱਧਰ 'ਤੇ ਦੇਖੋ ਨਾ,
ਤੇ ਜਿਹੜੀ ਅੱਜ ਹਾਲਤ ਬਣ ਗਈ ਹੈਗੀ ਐਕਚੁਅਲੀ ਇਹ ਜਿਹੜੀ ਰੋਂਗ ਲੀਡਰਸ਼ਿਪ ਵਿੱਚੋਂ ਸਾਰੀ ਬਾਤ ਆ ਰਹੀ ਹੈ। ਜਿਹੜੇ ਵਿਜ਼ਨਰੀ ਨਹੀਂ ਹੈਗੇ, ਜਿਹਨਾਂ ਨੂੰ ਇਹ ਹੀ ਨਹੀਂ ਪਤਾ ਸੋਸਾਇਟੀ ਸਮਾਜ ਨੂੰ ਲੈ ਕੇ ਕਿਹੜੇ ਪਾਸੇ ਜਾਣਾ ਹੈ। ਆ ਸਾਡੇ ਗੁਆਂਢੀ ਦੇਖ ਲਓ ਕਿਸ ਤਰੀਕੇ ਦੀ ਹਾਲਤ ਬਣੀ ਹੈ। ਸੋ ਇਹ ਸਾਰਾ ਜਿਹੜਾ ਹੈਗਾ ਇਹ ਜੋਕ ਬਣ ਗਿਆ ਉਸ ਰੂਪ ਦੇ ਵਿੱਚ। ਜਿਹੜਾ ਬਾਬਾ ਜੀ ਨੇ ਆਹ ਬਚਨ ਆਇਆ, ਜਿਨ ਦਿਸ ਆਇਆ ਹੋਏ ਰਲੀਆਂ, ਜਿਹੜੇ ਦੂਰ ਦ੍ਰਿਸ਼ਟਾਂ ਨੇ ਦੂਰ ਤੱਕ ਵੇਖ ਸਕਦੇ ਨੇ, ਉਹਨਾਂ ਤੋਂ, ਉਹਨਾਂ ਅਕਾਲ ਪੁਰਖ ਵਾਹਿਗੁਰੂ ਤੋਂ ਵਰਸਾਇਆਂ ਦੇ ਨਾਲ ਉਹਨਾਂ ਨਾਲ ਰਲੀਆਂ, ਉਹਨਾਂ ਨਾਲ ਸਾਂਝ ਬਣੇ ਮੇਰੀ। ਮੈਂ ਵਿਜ਼ਨਰੀਜ਼ ਦੇ ਨਾਲ ਸਾਂਝ ਬਣਾਵਾਂ, ਚੰਗੇਰਿਆਂ ਦੀ ਸੰਗਤ ਕਰਾਂ। ਅੱਗੇ ਜਾ ਕੇ ਗੁਣਾ ਕਾ ਹੋਵੇ ਵਾਸੁਲਾ ਕੱਢ ਬਾਸ ਲਈ ਜਾ, ਅਗਲਾ ਪਦਾ ਇਹ ਸ਼ੁਰੂ ਹੋਣਾ ਹੈਗਾ। ਉਹਦੀ ਬਾਤ ਕੀਤੀ, ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗਣ ਨਾ ਕੋਈ ਹੋਏ ਨੀਤਾ। ਨੀਤਾ ਸਾਰੇ ਮੇਰੇ ਕੋਲ ਗੁਣ ਹੀ ਗੁਣ ਹੋਣ ਅਕਾਲ ਪੁਰਖ ਵਾਹਿਗੁਰੂ, ਤੇ ਇਹ ਨਿਤਾ ਪ੍ਰਤੀ ਵੱਧਦੇ ਜਾਣ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਮੈਂ ਉਹਨਾਂ ਤੋਂ ਬਲਿਹਾਰ ਜਾਣਾ ਜਿਹੜੇ ਅਸਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿੱਤ ਨੇ ਤੇ ਅਵਰੀਤ ਨੇ, ਭਾਵ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਤੋਂ ਨਿਰਲੇਪ ਨੇ। ਇੰਨੀਆਂ ਬੇਨਤੀਆਂ ਨਾਲ ਖਿਮਾ ਸਮਾਂ ਸਮਾਪਤ ਆ। ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।